ਹੈਲੋ ਸਟੂਡੈਂਟਸ, ਇਸ ਲੈਕਚਰ ਦੇ ਵਿੱਚ ਅਸੀਂ ਇੱਕ ਕੋਮੂਲੇਟਿਵ ਸੀਰੀਜ਼ ਦੇ ਲਈ ਮੀਡੀਅਨ ਫਾਈਂਡ ਕਰਨਾ ਸਿੱਖਾਂਗੇ। तो ਕੋਮੂਲੇਟਿਵ ਸੀਰੀਜ਼ ਕਿਹੜੀ ਸੀਰੀਜ਼ ਹੁੰਦੀ ਹੈ ਜਿਸ ਵਿੱਚ ਡਾਟਾ ਸਾਨੂੰ ਲੈਸ ਦੈਨ, ਮੋਰ ਦੈਨ, ਬਿਲੋ ਔਰ ਅਬਵ ਦੀ ਫਾਰਮ ਦੇ ਵਿੱਚ ਗਿਵਨ ਹੁੰਦਾ ਹੈ। तो ਇੱਥੇ ਮੈਂ ਇੱਦਾਂ ਦੀ ਹੀ ਇੱਕ ਸੀਰੀਜ਼ ਦੀ ਐਗਜ਼ਾਮਪਲ ਲਈ ਹੈ ਜਿਹਦੇ ਵਿੱਚ ਸਾਨੂੰ ਕੁਝ ਪਰਸਨਸ ਦੀ ਏਜ ਦਾ ਡਾਟਾ ਗਿਵਨ ਆ, ਉਹਦੇ ਵਿੱਚੋਂ ਅਸੀਂ ਮੀਡੀਅਨ ਏਜ ਫਾਈਂਡ ਕਰਨੀ ਆ। ਹੁਣ ਤੁਸੀਂ ਦੇਖ ਸਕਦੇ ਹੋ ਕਿ ਏਜ ਦਾ ਜੋ ਡਾਟਾ ਹੈ ਈਅਰਸ ਦੇ ਵਿੱਚ ਉਹ ਸਾਡੇ ਕੋਲ ਬਿਲੋ ਦੀ ਫਾਰਮ ਦੇ ਵਿੱਚ ਹੈ ਕਿ ਏਜ ਬਿਲੋ 10, ਬਿਲੋ 20, ਬਿਲੋ 30, ਇੱਦਾਂ ਹੀ ਲਾਸਟ ਦੇ ਵਿੱਚ ਸਾਡੇ ਕੋਲ ਜਿਹੜੀ ਜੋ ਕਲਾਸ ਹੈ ਦੈਟ ਇਜ਼ ਅਬਵ 70। ਸੋ ਕੋਮੂਲੇਟਿਵ ਫਰੀਕੁਐਂਸੀ ਸਾਡੇ ਕੋਲ ਥਾਊਜ਼ੈਂਡਸ ਦੇ ਵਿੱਚ ਗਿਵਨ ਆ, ਕਿਉਂਕਿ ਕੋਮੂਲੇਟਿਵ ਫਰੀਕੁਐਂਸੀ ਹੀ ਸਾਨੂੰ ਗਿਵਨ ਹੁੰਦੀ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਡਾਟਾ ਬਿਲੋ ਐਂਡ ਅਬਵ ਵਾਲੀ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੋ ਕੋਮੂਲੇਟਿਵ ਫਰੀਕੁਐਂਸੀਜ਼ ਗਿਵਨ ਆ ਉਹ ਸਾਡੇ ਕੋਲ ਇੱਕ ਅਸੈਂਡਿੰਗ ਆਰਡਰ ਦੇ ਵਿੱਚ ਹੈਗੀਆਂ ਆ। ਔਰ ਮੈਂ ਅਰਿਥਮੈਟਿਕ ਮੀਨ ਦੇ ਦੌਰਾਨ ਵੀ ਇਹ ਚੀਜ਼ ਡਿਸਕਸ ਕੀਤੀ ਸੀ ਕਿ ਜਦੋਂ ਸਾਡੇ ਕੋਲ ਬਿਲੋ ਐਂਡ ਅਬਵ ਦੀ ਫਾਰਮ ਦੇ ਵਿੱਚ ਡਾਟਾ ਹੁੰਦਾ ਤਾਂ ਸਾਡੇ ਕੋਲ ਜੋ ਕੋਮੂਲੇਟਿਵ ਫਰੀਕੁਐਂਸੀ ਆ ਗਿਵਨ ਹੁੰਦੀ, ਉਹਦੇ ਵਿੱਚ ਇੱਕ ਸਾਨੂੰ ਪਰਟੀਕੂਲਰ ਪੈਟਰਨ ਸ਼ੋ ਹੁੰਦਾ ਅਸੈਂਡਿੰਗ ਜਾਂ ਡਿਸੈਂਡਿੰਗ। ਤੋਂ ਬਿਲੋ ਦੇ ਕੇਸ ਦੇ ਵਿੱਚ ਇਹ ਫਰੀਕੁਐਂਸੀਜ਼ ਅਸੈਂਡਿੰਗ ਆਰਡਰ ਦੇ ਵਿੱਚ ਹੁੰਦੀਆਂ, ਔਰ ਜਦੋਂ ਅਸੀਂ ਗੱਲ ਕਰਦੇ ਹਾਂ ਅਬਵ ਵਾਲੇ ਡਾਟੇ ਦੀ ਤਾਂ ਉਹਦੇ ਵਿੱਚ ਇਹ ਡਿਸੈਂਡਿੰਗ ਫਾਰਮ ਦੇ ਵਿੱਚ ਹੁੰਦੀਆਂ। तो ਇੱਥੇ ਹੁਣ ਅਗਰ ਅਸੀਂ ਦੇਖੀਏ ਸਾਡੇ ਕੋਲ ਲਾਸਟ ਦੇ ਵਿੱਚ ਜੋ ਦੋ ਸਾਡੇ ਕੋਲ ਇੱਥੇ ਫਰੀਕੁਐਂਸੀਜ਼ ਆ ਉਹ 15.5 ਐਂਡ 15.6 ਆ। ਹੁਣ ਫਰੀਕੁਐਂਸੀ ਇੱਥੇ ਪਰਸਨਸ ਦੀ ਆ, ਤਾਂ ਪਰਸਨਸ ਕਦੇ ਵੀ ਅਸੀਂ ਪਰਸਨਸ ਦਾ ਡਾਟਾ ਜੋ ਹੈ ਉਹ ਫਰੈਕਸ਼ਨ ਦੇ ਵਿੱਚ ਨਹੀਂ ਲੈਂਦੇ 15.5, 15.6, ਬਟ ਫਿਰ ਵੀ ਇੱਥੇ ਇਹ ਡਾਟਾ ਕਿਉਂ ਗਿਵਨ ਆ? ਬਿਕਾਜ਼ ਇਹ ਡਾਟਾ ਅਸੀਂ ਥਾਊਜ਼ੈਂਡਸ ਦੇ ਵਿੱਚ ਲੈ ਰਹੇ ਹਾਂ। ਜਦੋਂ ਹੁਣ 15.5 ਨੂੰ 1000 ਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਉਹ ਵੈਲਿਊ ਜਿਹੜੀ ਹੈ ਉਹ ਕੀ ਬਣ ਜਾਏਗੀ ਸਾਡੇ ਕੋਲ 15.5 ਇੰਟੂ 1000 ਕਰਕੇ। ਸੋ ਇਸੇ ਤਰ੍ਹਾਂ 15.6 ਇੰਟੂ 1000 ਕਰਾਂਗੇ ਤਾਂ ਉਹ ਇੱਕ ਫਰੈਕਸ਼ਨ ਨਹੀਂ ਰਹੇਗੀ, ਉਹ ਇੱਕ ਹੋਲ ਨੰਬਰ ਬਣ ਜਾਏਗਾ। ਤਾਂ ਇਸ ਤਰ੍ਹਾਂ ਇੱਥੇ ਕਨਫਿਊਜ਼ ਨਹੀਂ ਹੋਣਾ। ਤਾਂ ਕਦੇ ਵੀ ਜਿਹੜੀ ਸਾਡੇ ਕੋਲ ਫਰੀਕੁਐਂਸੀਜ਼ ਪਰਸਨਸ ਦੀਆਂ ਜਾਂ ਮਸ਼ੀਨਸ ਦੀਆਂ ਕਿਸੇ ਚੀਜ਼ ਦੀਆਂ ਹੈ ਉਹ ਫਰੀਕੁਐਂਸੀ ਸਾਡੇ ਕੋਲ ਕਿਸੇ ਚੀਜ਼ ਦੀ ਹੈਪਨਿੰਗ ਦੇਖੋ ਜਾਂ ਤਾਂ ਕੋਈ ਹੈਪਨਿੰਗ ਪੂਰੀ ਹੋਏਗੀ ਜਾਂ ਨਹੀਂ ਹੋਏਗੀ। ਇੱਦਾਂ ਥੋੜ੍ਹੀ ਹੈ ਕਿ ਆਪਾਂ ਕਹੀਏ ਅਸੀਂ ਅੱਧੀ ਮਸ਼ੀਨ ਦੇ ਨਾਲ ਕੰਮ ਕਰ ਲਈਏ, ਜਾਂ ਤਾਂ ਮਸ਼ੀਨ ਪੂਰੀ ਯੂਜ਼ ਕਰਾਂਗੇ ਜਾਂ ਬਿਲਕੁਲ ਨਹੀਂ ਯੂਜ਼ ਕਰਾਂਗੇ। ਤਾਂ ਕਦੇ ਵੀ ਜੋ ਫਰੀਕੁਐਂਸੀ ਹੈ ਉਹ ਸਾਡੇ ਕੋਲ ਫਰੈਕਸ਼ਨ 'ਚ ਨਹੀਂ ਹੁੰਦੀ। ਸੋ ਇੱਕ ਚੀਜ਼ ਦਾ ਧਿਆਨ ਰੱਖਣਾ, ਅਗਰ ਇੱਥੇ ਫਰੀਕੁਐਂਸੀ ਜਿਹੜੀ ਆ ਉਹ ਮੈਂ ਲਿਖੀ ਆ ਫਰੈਕਸ਼ਨ ਦੇ ਵਿੱਚ ਤੇ ਲੇਕਿਨ ਉਹ ਥਾਊਜ਼ੈਂਡਸ ਦੇ ਵਿੱਚ ਹੈ, ਤਾਂ ਦੈਟ ਮੀਨਸ ਕਿ ਇੱਥੇ ਡਾਟਾ ਕਿਉਂਕਿ ਅਗਰ ਮੈਂ ਸਾਰਾ 1000 ਦੀ ਫਾਰਮ 'ਚ ਲਿਖਾਂਗੀ ਤਾਂ ਉਹ ਕਾਫੀ ਲਾਰਜ ਜਿਹੜੀਆਂ ਫਰੀਕੁਐਂਸੀਜ਼ ਹੋ ਜਾਣਗੀਆਂ। ਤੁਹਾਨੂੰ ਕੰਪਰੈਸ ਕਰਕੇ ਅਸੀਂ ਜੋ ਹੈ ਇਸ ਫਾਰਮ ਦੇ ਵਿੱਚ ਲਿਖ ਲਿਆ ਜਦੋਂ ਵੀ ਐਂਡ ਦੇ ਵਿੱਚ ਆਨਸਰ ਹੋਏਗਾ ਫਰੀਕੁਐਂਸੀਜ਼ ਦਾ ਅਗਰ ਅਸੀਂ ਦੇਖਣਾ ਹੋਏ ਤਾਂ ਫਰੀਕੁਐਂਸੀਜ਼ ਨੂੰ ਅਸੀਂ 1000 ਨਾਲ ਮਲਟੀਪਲਾਈ ਕਰਾਂਗੇ। ਸੋ ਇੱਥੇ ਹੁਣ ਪਹਿਲਾ ਸਟੈਪ ਸਾਡਾ ਕੀ ਰਹੇਗਾ? ਕੋਮੂਲੇਟਿਵ ਫਰੀਕੁਐਂਸੀਜ਼ ਨੂੰ ਚੇਂਜ ਕਰਨਾ। ਇੱਕ ਇੱਥੇ ਸੀਰੀਜ਼ ਦੇ ਵਿੱਚ ਪੂਰੀ ਜੋ ਸੀਰੀਜ਼ ਹੈ ਇਹਨੂੰ ਕੰਟੀਨਿਊ ਸੀਰੀਜ਼ ਦੇ ਵਿੱਚ ਕਨਵਰਟ ਕਰਾਂਗੇ ਜਿਵੇਂ ਕਿ ਅਸੀਂ ਅਰਿਥਮੈਟਿਕ ਮੀਨ ਦੇ ਵਿੱਚ ਕਰਦੇ ਸੀ। ਹੁਣ ਕਿਉਂਕਿ ਬਿਲੋ ਵਾਲਾ ਕੇਸ ਆ ਤੇ ਸਾਨੂੰ ਜਿਹੜੀ ਫਸਟ ਕਲਾਸ ਹੈ ਉਹ ਪਿੱਛੇ ਨੂੰ ਅਸੀਂ ਵੈਲਿਊ ਦੇ ਲਵਾਂਗੇ। ਦੈਟ ਮੀਨਸ ਦੇਖੀਏ ਕਿ ਇੱਥੇ ਸਾਡੇ ਕੋਲ ਪਹਿਲੇ ਕਲਾਸ ਦਾ ਇੰਟਰਵਲ ਕਿੰਨਾ ਚੱਲ ਰਿਹਾ 10, 20, 30, 40, 10 ਦਾ ਡਿਫਰੈਂਸ ਆ। ਬਿਲੋ ਦੀ ਗੱਲ ਹੋ ਰਹੀ, ਪਹਿਲੀ ਕਲਾਸ ਕੀ ਬਣੇਗੀ ਫਿਰ? ਬਿਲੋ 10, 0 to 10, ਇਸੇ ਤਰ੍ਹਾਂ ਫਿਰ 10 to 20, 20 to 30। ਅਬਵ 70 ਵਾਲੀ ਕਲਾਸ ਕਿਹੜੀ ਬਣੇਗੀ? 70 to 80। ਤਾਂ ਇਸ ਤਰ੍ਹਾਂ ਹੀ ਸਾਡੇ ਕੋਲ ਕੰਟੀਨਿਊ ਸੀਰੀਜ਼ ਦੇ ਵਾਸਤੇ ਅਸੀਂ ਕਲਾਸਿਸ ਬਣਾ ਲਾਂਗੇ। ਇਸੇ ਤਰ੍ਹਾਂ ਕੋਮੂਲੇਟਿਵ ਫਰੀਕੁਐਂਸੀਜ਼ ਨੂੰ ਕਨਵਰਟ ਕਰਾਂਗੇ ਸਿੰਪਲ ਫਰੀਕੁਐਂਸੀਜ਼ ਦੇ ਵਿੱਚ। ਉਹ ਕਿਵੇਂ ਅਸੀਂ ਕਰਾਂਗੇ? ਜੋ ਨੀਚੇ ਵਾਲੀ ਪਹਿਲੀ ਸੇਮ ਰਹੇਗੀ, ਫਿਰ ਨੀਚੇ ਵਾਲੀ 'ਚੋਂ ਉੱਪਰ ਵਾਲੀ ਫਰੀਕੁਐਂਸੀ ਨੂੰ ਮਾਈਨਸ ਕਰਦੇ ਜਾਵਾਂਗੇ। ਜਿੱਦਾਂ 2 ਸੇਮ ਰਹੇਗੀ 5 - 2, 9 - 5, 12 - 9, ਇਸ ਤਰ੍ਹਾਂ ਕਰਕੇ ਸਾਡੇ ਕੋਲ ਫਰੀਕੁਐਂਸੀਜ਼ ਬਣ ਜਾਣਗੀਆਂ। ਤਾਂ ਪਹਿਲੇ ਅਸੀਂ ਹੁਣ ਇਹਨੂੰ ਜੋ ਸੀਰੀਜ਼ ਹੈ ਇਹਨੂੰ ਇੱਕ ਕੰਟੀਨਿਊਸ ਸੀਰੀਜ਼ ਦੇ ਵਿੱਚ ਕਨਵਰਟ ਕਰਦੇ ਹਾਂ। ਹੁਣ ਇਹ ਸੀਰੀਜ਼ ਸਾਡੇ ਕੋਲ ਇੱਕ ਸਿੰਪਲ ਕੰਟੀਨਿਊਸ ਸੀਰੀਜ਼ ਬਣ ਗਈ ਹੈ। ਹੁਣ ਸਿੰਪਲੀ ਅਸੀਂ ਇਹਦੇ ਵਿੱਚ ਫਾਰਮੂਲਾ ਪੁੱਟ ਕਰ ਦੇਣਾ। ਤਾਂ ਫਾਰਮੂਲਾ ਸਾਡੇ ਕੋਲ ਕੀ ਹੈ? L1 + N/2 - CF/F ਇੰਟੂ C। ਤਾਂ N/2 ਸਾਡੇ ਕੋਲ ਇੱਥੇ ਕੀ ਆਏਗਾ? ਟੋਟਲ ਸਾਡੇ ਕੋਲ ਨੰਬਰ ਆਫ ਫਰੀਕੁਐਂਸੀਜ਼ ਕਿੰਨਾ ਹੈ? 15.6। ਤਾਂ 15.6 ਨੂੰ ਜਦੋਂ ਅਸੀਂ 2 ਨਾਲ ਡਿਵਾਈਡ ਕਰਾਂਗੇ ਦੈਟ ਵਿਲ ਬੀ ਇਕੁਅਲ ਟੂ 7.8। ਤਾਂ 7.8 ਟਰਮ ਨੂੰ ਅਸੀਂ ਕੋਮੂਲੇਟਿਵ ਫਰੀਕੁਐਂਸੀਜ਼ ਦੇ ਵਿੱਚ ਦੇਖਣਾ ਹੁੰਦਾ, ਤਾਂ ਕੋਮੂਲੇਟਿਵ ਸਾਡੇ ਕੋਲ ਆਲਰੇਡੀ ਸੀਰੀਜ਼ ਗਿਵਨ ਆ। ਤਾਂ 7.8 ਡਾਇਰੈਕਟਲੀ ਤਾਂ ਇੱਥੇ ਨਹੀਂ ਮਿਲ ਰਹੇ। ਤਾਂ 7.8 ਤੋਂ ਅਗਲੀ ਜਿਹੜੀ ਹਾਇਰ ਵੈਲਿਊ ਆ ਉਹ ਕਿੰਨੀ ਹੈ ਇੱਥੇ? 9।
तो 9 ਦੇ ਸਾਹਮਣੇ ਇਹ ਜਿਹੜੀ ਫਿਰ ਕਲਾਸ ਆ ਇਹ ਸਾਡੇ ਕੋਲ ਬਣ ਗਈ ਸਾਡੀ ਮੀਡੀਅਨ ਕਲਾਸ। ਇਹ ਸਾਡੇ ਕੋਲ L1 ਆ ਗਿਆ 20, N/2 ਆ ਗਿਆ 7.8, CF ਸਾਡੇ ਕੋਲ ਆ ਗਿਆ। CF ਕਿਹੜਾ ਲੈਣਾ ਹੁੰਦਾ, ਇਹ ਵਾਲਾ ਨਹੀਂ, ਪ੍ਰੋਸੀਡਿੰਗ ਲੈਣਾ ਹੁੰਦਾ। ਤਾਂ ਪ੍ਰੋਸੀਡਿੰਗ CF ਕਿੰਨਾ ਹੈਗਾ 5, F ਅਸੀਂ ਮੀਡੀਅਨ ਕਲਾਸ ਦੀ ਹੀ ਫ੍ਰੀਕੁਐਂਸੀ ਲੈਣੀ ਹੁੰਦੀ ਹੈ 4। ਤਾਂ ਹੁਣ ਇਹਨੂੰ ਫਾਰਮੂਲੇ ਦੇ ਵਿੱਚ ਜਦੋਂ ਅਪਲਾਈ ਕੀਤਾ ਇਹ ਸਾਡੇ ਕੋਲ ਬਣ ਗਿਆ 20 + 7.8 - 4 इंटू इत्थे क्लास इंटरवल कितना है 10। तो हुण इनू असी सॉल्व कर लांगे। ट्वेंटी प्लस तो 27 साडे कोल इत्थे मीडियन वैल्यू आ गई। सो इस तरह कॉम्यूलेटिव सीरीज़ दे विच साडे कोल जदों बिलो एंड अबव फॉर्म दे विच डाटा दिता होवे सिंपली पहला असीं इहनूं कन्वर्ट कर लांगे कॉन्टीन्यूस सीरीज़ दे विच, दैन फॉर्मूला अप्लाई कर दांगे। हुण कई बार इस तरह के नूमैरिकल दे विच कॉन्टीन्यूस सीरीज़ दे विच सिंपल मीडियन पुछण दे नाल ही तुहानूं सब पार्ट्स दे विच होर भी क्वेश्चन पूछा जा सकता जो कि बहुत ही ईजी है सॉल्व करना। जिस तरह इत्थे मैं एग्जाम्पल लई आ ते इत्थे साडे कोल नंबर ऑफ परसनस हैविंग एज बिटवीन 35 एंड 60 एंड एज बिटवीन 30 to 60 ये दो नाल सब पार्ट्स अगर पूछ ले हुण इन्हां नूं असीं किस तरह फाइंड करांगे। तो बहुत ही सिंपल है, इहदे वास्ते कोई अलग असीं फॉर्मूला अप्लाई नहीं करना। हुण पुछया की है नंबर ऑफ परसनस हैविंग एज बिटवीन 35 एंड 60। हुण देखो डायरैक्टली इहदे विच साडे कोल किसी भी क्लास दे विच 35 नहीं है, तो 35 एंड 60 की गल कीती है। 60 वाली क्लास तो साडे कोल है कि 50 to 60 साडे कोल डाटा मिल जाएगा, लेकिन 35 to 60 दे विच असीं ਜਿਹੜੇ परसनस का नंबर फाइंड करना जिन्हां दी एज 35 to 60 ਦੇ ਵਿੱਚ ਆ। ਹੁਣ दैट मीनस कि ਇਹਦੇ ਵਿੱਚੋਂ 35 to 40 वाले लवांगे, 40 to 50 वाले भी, 50 to 60 वाले भी, क्योंकि असी 35 to 60 ईयर्स तक का डाटा फाइंड करना। हुण ये तो पूरी क्लास का जो भी ये फ्रीकुएंसी है असी पूरी ऐड कर लाँगे, ये भी पूरी ऐड कर लाँगे, लेकिन 30 to 40 साडे कोल इत्थे गिवन आ, 35 की गल नहीं हुई। तो 35 किद्दां फाइंड करांगे। हुण 35 इहदे विच कित्थे आउंदे आ, मिड च आउंदे आ। 30 एंड 40 दे मिड च आउंदे आ 35। दैट मीनस अगर असी इहदी मिड वैल्यू लईए तो 35 आउंदा। तो डाटा नूं दो पार्ट्स दे विच डिवाइड कर दांगे। यही एग्जैक्टली हुण असी इत्थे करांगे। तो असी इत्थे अगर नंबर ऑफ परसनस बिटवीन 35 एंड 60 ईयर्स फाइंड करने होण तो असी सारियां फ्रीकुएंसीज किहड़ियां ऐड करांगे, 30 to 40 पूरी नहीं असी लैनी, इहदे सामने फ्रीकुएंसी कितनी है 3 आ। हुण 3 नहीं पूरी लै सकदे, असी की लवांगे 3/2, बिकॉज असी डाटा नूं दो पार्ट्स दे विच इहनूं डिवाइड करांगे, तां ही साडे कोल इहदे 2 नाल डिवाइड करके 35 आऊगे। 30 + 40/2 इहदी मिड वैल्यू लैनी, इस करके फ्रीकुएंसीज भी असी हाफ ही लवांगे। अगर इधरों हाफ लै रहे हैं 3/2, दैन 40 to 50 तो पूरी लैनी पैगी क्लास, क्योंकि 35 तो 60 तक असी जाना। तो 40 to 50 पूरी जिन्नी है फ्रीकुएंसी लै ली 2, 50 to 60 1 है, वो भी असी पूरी लै ली। तो हुण इन्हां सारिਆਂ ਨੂੰ ऐड करता, ये कितना बन गया 1.5, 2 and 1 4.5। तो 4.5 परसन नहीं आए, किन्ने परसन लिखांगे, नंबर ऑफ परसन किन्ने आ 4.5 इंटू, क्योंकि आप पहले ही देखिए इत्थे असी डाटा काहदे विच लिया है 1000s दे विच हैगा है। तो साडे कोल ये नंबर ऑफ परसनस whose age is between 35 to 60 is 4500। so this is our answer, very simple। and then इसी तरह से 30 to 60 अगर फाइंड करना हुंदा तो सिंपली की करना सी, फिर 30 to 60 वाले केस दे विच 30 to 40 दे विच कितनी फ्रीकुएंसी है 3, 40 to 50 दे विच 2, 50 to 60 दे विच 1, 6 परसनस नहीं, इनू हुण नंबर ऑफ परसनस किद्दां लिखांगे। तो ये तुसीं हमेशा जदों भी सीरीज़ दिती है तो जरूर ध्यान नाल देख लेना कि किस फॉर्म से डाटा दिता है, थाउजेंड्स दे विच दिता है या लैक्स दे विच दिता है। तो आंसर दे वक्त फिर अगर इदां दा क्वेश्चन पूछ लिया जाता उहदे विच तुहानूं मल्टीप्लाई करना पेगा 6 into
1000। ਇਹ ਸਿਰਫ ਅਸੀਂ ਕੈਲਕੂਲੇਸ਼ਨ ਦੀ ਕਨਵੀਨੀਅੰਸ ਦੇ ਲਈ ਡਾਟਾ ਨੂੰ ਇਸ ਤਰ੍ਹਾਂ ਲਿਖ ਲੈਂਦੇ ਹਾਂ। ਚਾਹੋ ਤਾਂ ਤੁਸੀਂ ਇੱਥੇ ਵੀ ਇਹਨੂੰ ਕਨਵਰਟ ਕਰ ਸਕਦੇ ਹੋ ਕਿ ਇਕੱਲੀ ਕੋਮਿਊਲੇਟਿਵ ਫ੍ਰੀਕੁਐਂਸੀ ਨੂੰ ਪਹਿਲੇ 1000 ਨਾਲ ਮਲਟੀਪਲਾਈ ਕਰਕੇ ਤੁਸੀਂ ਕਨਵਰਟ ਕਰ ਲਓ, ਬਟ ਉਹਦੇ ਨਾਲ ਕੀ ਹੋਏਗਾ ਕਿ ਫਿਰ ਤੁਹਾਨੂੰ ਥੋੜ੍ਹਾ ਕੈਲਕੂਲੇਟ ਕਰਨ ਦੇ ਵਿੱਚ ਜਿਹੜਾ ਪ੍ਰੋਬਲਮ ਆਏਗੀ, ਵੈਲਿਊਜ਼ ਬਹੁਤ ਵੱਡੀਆਂ ਹੋ ਜਾਣੀਆਂ। ਇਸ ਕਰਕੇ ਇਹਨਾਂ ਨੂੰ ਕੰਪਰੈਸ ਕੀਤਾ ਜਾਂਦਾ ਇਸ ਤਰ੍ਹਾਂ। ਤੋ ਬਾਕੀ ਐਂਡ ਦੇ ਵਿੱਚ ਅਸੀਂ ਇਹਨੂੰ ਫਿਰ ਇਹਦਾ ਜੋ ਇਫੈਕਟ ਹਟਾਉਣ ਦੇ ਲਈ ਇਸ ਤਰ੍ਹਾਂ ਚੇਂਜ ਕਰ ਸਕਦੇ ਹਾਂ। ਜਿਸ ਤਰ੍ਹਾਂ ਅਰਿਥਮੈਟਿਕ ਮੀਨ ਦੇ ਕੰਸੈਪਟ ਦੇ ਵਿੱਚ ਵੀ ਮੈਂ ਚੇਂਜ ਆਫ ਓਰੀਜਨ ਐਂਡ ਚੇਂਜ ਆਫ ਸਕੇਲ ਦੀ ਐਗਜ਼ਾਮਪਲ ਲੈ ਕੇ ਸਮਝਾਇਆ ਸੀ ਕਿ ਅਰਿਥਮੈਟਿਕ ਮੀਨ 'ਤੇ ਵੀ ਸੇਮ ਉਹੀ ਆਪਰੇਸ਼ਨ ਲੱਗਦਾ, ਫਿਰ ਜਿੰਨਾ ਅਸੀਂ ਚੇਂਜ ਲਿਆਂਦਾ ਸੀਰੀਜ਼ ਦੇ ਵਿੱਚ ਉਹੀ ਚੇਂਜ ਆਨਸਰ ਦੇ ਵਿੱਚ ਆਊਗਾ। ਸੇਮ ਉਹੀ ਚੀਜ਼ ਇੱਥੇ ਹੋ ਰਹੀ ਆ। ਕੋਮਿਊਲੇਟਿਵ ਫ੍ਰੀਕੁਐਂਸੀ ਦਾ ਅਸੀਂ ਇੱਥੇ ਕੀ ਕੀਤਾ, ਸਕੇਲ ਚੇਂਜ ਕਰ ਦਿੱਤਾ। ਸਕੇਲ ਕਿੱਦਾਂ ਚੇਂਜ ਕੀਤਾ, 1000 ਨਾਲ ਡਿਵਾਈਡ ਕਰਤਾ। ਹਰੇਕ ਕੋਮਿਊਲੇਟਿਵ ਫ੍ਰੀਕੁਐਂਸੀ ਨੂੰ 1000 ਨਾਲ ਡਿਵਾਈਡ ਕਰਕੇ ਅਸੀਂ ਈਜ਼ੀ ਕਰਕੇ ਡਾਟਾ ਲਿਖ ਲਿਆ। ਤਾਂ ਹੁਣ ਐਂਡ ਦੇ ਵਿੱਚ ਫਿਰ ਉਹੀ 1000 ਜਿਹੜਾ ਆ ਉਹ ਸਾਨੂੰ ਇੱਥੇ ਮਲਟੀਪਲਾਈ ਕਰਨਾ ਪੈ ਰਿਹਾ, ਠੀਕ ਹੈ। ਸੋ ਦੈਟ ਮੀਨਸ ਕਿ ਇਹ ਵੀ ਇੱਥੇ ਸਾਡੇ ਕੋਲ ਫ੍ਰੀਕੁਐਂਸੀ ਜਿਹੜੀਆਂ ਚੇਂਜ ਆਫ ਓਰੀਜਨ ਤੋਂ ਐਂਡ ਚੇਂਜ ਆਫ ਸਕੇਲ ਤੋਂ ਇੰਡੀਪੈਂਡੈਂਟ ਨਹੀਂ ਹੈਗੀਆਂ। ਤਾਂ ਇਹ ਸਾਡੇ ਕੋਲ ਆਨਸਰ ਜਿਹੜਾ ਹੈ ਇੱਥੇ ਆ ਜਾਏਗਾ 6000 ਪਰਸਨਸ।